ਹੈਲੋ ਫਰੈਂਡਸ, ਵੈਲਕਮ ਆ ਤੁਹਾਡਾ ਆਪਣੇ YouTube ਚੈਨਲ ਵਨ ਕੁਐਸਚਨ ਦੇ ਉੱਤੇ। ਉਮੀਦ ਕਰਦਾ ਹਾਂ ਸਾਰੇ ਵਧੀਆ ਹੋਵੋਗੇ। ਤੇ ਫਰੈਂਡਸ, ਆਪਣੀ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਕਰਨ ਜਾ ਰਹੇ ਹਾਂ ਪੰਜਾਬੀ ਵਿਆਕਰਣ। ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਹੈ, ਆਪਣੀਆਂ ਜਿਹੜੀਆਂ ਨਵੀਆਂ ਭਰਤੀਆਂ ਦੀ ਅਨਾਊਂਸਮੈਂਟ ਜਿਹੜੀ ਹੈ ਹੋ ਚੁੱਕੀ ਹੈ। ਤੇ ਹੁਣ ਆਪਣਾ ਢਿੱਲੇ ਪੈਣ ਦਾ ਜਿਹੜਾ ਹੈ ਕੋਈ ਵੀ ਸਬੱਬ ਨਹੀਂ ਬਣਦਾ, ਅਤੇ ਆਪਾਂ ਨੂੰ ਜਿਹੜਾ ਹੈ ਆਪਣੀ ਤਿਆਰੀ ਖਿੱਚਣੀ ਚਾਹੀਦੀ ਹੈ। ਅਤੇ ਇਸ ਦੇ ਲਈ ਹੀ ਆਪਾਂ ਇੱਕ ਬੇਸ ਸ਼ੁਰੂ ਕੀਤਾ। ਸਾਰੀਆਂ ਭਰਤੀਆਂ ਦੇ ਸੰਬੰਧੀ ਆਪਾਂ ਕੰਪਲੀਟ ਸਿਲੇਬਸ ਜਿਹੜਾ ਹੈ ਉਹ ਬਣਦਾ ਕਰਾਂਗੇ, ਜਿੰਨਾ ਹੋ ਸਕਿਆ ਓਨਾ ਇਸ ਚੈਨਲ ਦੇ ਉੱਤੇ ਕਰਾਂਗੇ ਆਪਾਂ। ਅਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕੀਤੀ ਹੈ ਪੰਜਾਬੀ ਵਿਆਕਰਣ। ਅਤੇ ਪੰਜਾਬੀ ਵਿਆਕਰਣ ਦਾ ਜਿਵੇਂ ਤੁਹਾਨੂੰ ਪਤਾ, ਪੰਜਾਬ ਦੇ ਐਗਜ਼ਾਮ ਦੇ ਵਿੱਚ 10 ਤੋਂ 20 ਨੰਬਰ ਦਾ ਜਿਹੜਾ ਸਿਲੇਬਸ ਹੈਗਾ ਪੰਜਾਬੀ ਵਿਆਕਰਣ ਦੇ ਵਿੱਚੋਂ ਆਉਂਦਾ ਹੈ ਆਪਣਾ। ਅਤੇ 10 ਨੰਬਰ ਦੀ ਪੰਜਾਬੀ ਆਪਾਂ ਨੂੰ ਪੇਪਰ ਦੇ ਵਿੱਚ ਮਿਲਦੀ ਹੈਗੀ ਆ, ਉਹੀ ਉਹ ਆਪਾਂ ਜਿਹੜੀ ਹੈ ਕਰਨੀ ਹੈ। ਅਤੇ ਇਹ ਜਿਹੜਾ ਹੈ 8ਵੀਂ ਕਲਾਸ ਦੀ ਜਿਹੜੀ ਬੁੱਕ ਹੈਗੀ ਆ, ਜਿਹਦੇ ਵਿੱਚੋਂ ਕਿ ਪਿਛਲੇ ਪਟਵਾਰੀ ਦੇ ਪੇਪਰ ਦੇ ਵਿੱਚ ਡਾਇਰੈਕਟ ਕੁਐਸਚਨ ਪਏ ਸੀਗੇ, ਉਹ ਆਪਾਂ ਇਸ ਬੁੱਕ ਦੇ ਵਿੱਚੋਂ ਕਰਾਂਗੇ। ਅਤੇ ਇਹ ਬੁੱਕ ਜਿਹੜੀ ਹੈ ਤੁਹਾਨੂੰ ਪੂਰੀ ਪੜ੍ਹਾਉਣੀ ਹੈ ਮੈਂ, ਅਤੇ ਉਸ ਤੋਂ ਬਾਅਦ ਆਪਾਂ ਕਰਾਂਗੇ MCQ ਸੀਰੀਜ਼ ਦੀ। ਅਤੇ ਚਲੋ ਫਰੈਂਡਸ, ਬਿਨਾਂ ਦੇਰ ਕੀਤੇ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਪੰਜਾਬੀ ਵਿਆਕਰਣ ਦਾ ਪਹਿਲਾ ਚੈਪਟਰ, ਭਾਸ਼ਾ ਅਤੇ ਵਿਆਕਰਣ ਸ਼ੁਰੂ ਕਰਦੇ ਹਾਂ। ਤਾਂ ਫਰੈਂਡਸ, ਆਪਣਾ ਜਿਹੜਾ ਭਾਸ਼ਾ ਅਤੇ ਵਿਆਕਰਣ ਦਾ ਜਿਹੜਾ ਪਹਿਲਾ ਚੈਪਟਰ ਹੈਗਾ ਪੰਜਾਬੀ ਵਿਆਕਰਣ ਦਾ, ਇਹ ਸ਼ੁਰੂ ਹੁੰਦਾ। ਅਤੇ ਇਹਨੂੰ ਆਪਾਂ ਸ਼ੁਰੂ ਕਰਦੇ ਹਾਂ। ਅਤੇ ਸ਼ੁਰੂ ਕਰਦੇ ਹਾਂ ਕਿ ਭਾਸ਼ਾ ਕੀ ਹੈ, ਕਿਸ ਤਰ੍ਹਾਂ ਬਣੀ ਹੈ, ਭਾਸ਼ਾ ਦੀ ਕੀ ਜ਼ਰੂਰਤ ਪਈ ਆਪਾਂ ਨੂੰ, ਇਹਨੂੰ ਪੜ੍ਹਦੇ ਹਾਂ ਆਪਾਂ, ਫਿਰ ਡਿਸਕਸ ਕਰਾਂਗੇ। ਤਾਂ ਲਿਖਿਆ ਹੈ, ਮਨੁੱਖ ਨੂੰ ਸਮਾਜਿਕ ਜੀਵ ਆਖਿਆ ਜਾਂਦਾ ਹੈ। ਮਨੁੱਖ ਨੂੰ ਜਿਹੜਾ ਹੈ ਸਮਾਜਿਕ ਜੀਵ ਆਖਿਆ ਜਾਂਦਾ ਹੈ, ਕਿਉਂਕਿ ਮਨੁੱਖ ਹੀ ਅਜਿਹਾ ਜੀਵ ਹੈ ਜਿਸ ਨੇ ਆਪਣੇ ਜੀਵਨ ਨੂੰ ਸਮਾਜਿਕ ਵਿਉਂਤਬੰਦੀ ਵਿੱਚ ਢਾਲਿਆ ਹੋਇਆ ਹੈ। ਕਿਉਂਕਿ ਇਹ ਮਨੁੱਖ ਹੀ ਜਿਹੜਾ ਹੈਗਾ, ਇਹ ਨਹੀਂ ਆਪਣੇ ਆਪ ਨੂੰ ਸਮਾਜਿਕ ਪ੍ਰਾਣੀ ਦੇ ਤੌਰ 'ਤੇ ਆਪਣੇ ਆਪ ਨੂੰ ਢਾਲਿਆ ਹੈਗਾ, ਇੱਕ ਵਿਉਂਤਬੰਦ ਕੀਤਾ ਹੈ ਆਪਣੇ ਆਪ ਨੂੰ ਸਮਾਜ ਦੇ ਵਿੱਚ। ਮਨੁੱਖ ਨੂੰ ਸਮਾਜ ਦੀ ਸਿਰਜਣਾ ਕਰ ਸਕਣ ਦੀ ਸਮਰੱਥਾ ਭਾਸ਼ਾ ਦੇ ਪ੍ਰਦਾਨ ਕੀਤੀ ਹੈਗੀ ਹੈ। ਠੀਕ ਹੈ, ਮਨੁੱਖ ਨੂੰ ਜਿਹੜੀ ਸਮਾਜ ਦੀ ਸਿਰਜਣਾ ਕਰ ਸਕਣ ਦੀ ਜਿਹੜੀ ਸਮਰੱਥਾ ਹੈਗੀ ਹੈ, ਉਹ ਕਿਸ ਨੇ ਪ੍ਰਦਾਨ ਕੀਤੀ ਹੈਗੀ ਹੈ ਮਨੁੱਖ ਨੂੰ? ਇਹ ਭਾਸ਼ਾ ਨੇ ਪ੍ਰਦਾਨ ਕੀਤੀ ਹੈਗੀ ਹੈ। ਕਿਉਂਕਿ ਜਦੋਂ ਭਾਸ਼ਾ ਹੋਏਗੀ, ਮਨੁੱਖ ਇੱਕ ਦੂਜੇ ਨਾਲ ਬੋਲ ਕੇ ਆਪਣੇ ਵਿਚਾਰ ਪ੍ਰਗਟ ਕਰਕੇ ਕਿਸੇ ਨੂੰ ਦੱਸੇਗਾ, ਤਾਂ ਹੀ ਉਹ ਜਿਹੜਾ ਹੈ ਆਪਣੇ ਸਮਾਜ ਦੀ ਸਿਰਜਣਾ ਕਰ ਸਕਦਾ ਹੈਗਾ। ਦਰਅਸਲ ਮਨੁੱਖ ਦੀ ਸਭ ਤੋਂ ਵੱਡੀ ਪ੍ਰਾਪਤੀ ਭਾਸ਼ਾ ਹੈਗੀ ਹੈ। ਅਤੇ ਮਨੁੱਖ ਦੀ ਸਭ ਤੋਂ ਵੱਡੀ ਪ੍ਰਾਪਤੀ ਜੇਕਰ ਪੁੱਛਿਆ ਜਾਵੇ ਕੀ ਹੈਗੀ ਹੈ, ਤਾਂ ਮਨੁੱਖ ਦੀ ਸਭ ਤੋਂ ਵੱਡੀ ਪ੍ਰਾਪਤੀ ਜਿਹੜੀ ਹੈ ਉਹ ਭਾਸ਼ਾ ਹੈਗੀ ਹੈ। ਭਾਸ਼ਾ ਦੁਆਰਾ ਗਿਆਨ ਪ੍ਰਾਪਤ ਕਰਦਿਆਂ ਮਨੁੱਖ ਨੇ ਕੁਦਰਤੀ ਵਰਤਾਰਿਆਂ ਦੀਆਂ ਰਮਜ਼ਾਂ ਸਮਝੀਆਂ ਹਨ ਅਤੇ ਆਪਣੇ ਸੁੱਖ ਆਰਾਮ ਲਈ ਅਨੇਕਾਂ ਪ੍ਰਕਾਰ ਦੇ ਸਾਧਨ ਤਿਆਰ ਕੀਤੇ ਹਨ। ਤਾਂ ਮਨੁੱਖ ਨੇ ਜਿਹੜਾ ਹੈ ਕੁਦਰਤ ਨੂੰ ਸਮਝਦੇ ਹੋਏ, ਗਿਆਨ ਪ੍ਰਾਪਤ ਕਰਦੇ ਹੋਏ ਅਨੇਕਾਂ ਪ੍ਰਕਾਰ ਦੇ ਆਪਣੇ ਸੁੱਖ ਅਤੇ ਆਰਾਮ ਦੇ ਲਈ ਸਾਧਨ ਤਿਆਰ ਕੀਤੇ ਨੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਰ ਜਾਤੀ ਦੇ ਜੀਵ ਵੱਖ-ਵੱਖ ਪ੍ਰਕਾਰ ਦੀਆਂ ਆਵਾਜ਼ਾਂ ਕੱਢ ਕੇ ਆਪਸ ਵਿੱਚ ਸੰਚਾਰ ਕਰਦੇ ਹਨ, ਭਾਵ ਗੱਲਬਾਤ ਕਰਦੇ ਨੇ, ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦੇ ਨੇ। ਹਰ ਜਾਤੀ ਦੇ ਜੀਵ ਜੋ ਵੀ ਹੋਣ, ਉਹ ਆਪਣੀਆਂ ਵੱਖ-ਵੱਖ ਆਵਾਜ਼ਾਂ ਕੱਢ ਕੇ ਜਿਹੜਾ ਹੈ ਆਪਣੇ ਵਿਚਾਰ ਇੱਕ ਦੂਜੇ ਨਾਲ ਰੱਖਦੇ ਹਨ। ਪਰ ਇਹਨਾਂ ਦਾ ਵਿਚਾਰ ਸੰਚਾਰ ਕੇਵਲ ਗਿਣਤੀ ਦੇ ਕੁਝ ਕੁ ਭਾਵਾਂ, ਦੁੱਖਾਂ, ਸੁੱਖ, ਭੁੱਖ, ਵੈਰ, ਪਿਆਰ ਆਦਿ ਦੇ ਪ੍ਰਗਟਾ ਤੱਕ ਹੀ ਸੀਮਿਤ ਹੁੰਦਾ ਹੈ। ਤਾਂ ਇਹਨਾਂ ਦਾ ਜਿਹੜਾ ਪ੍ਰਗਟਾਵਾ ਹੁੰਦਾ ਹੈ ਉਹ ਦੁੱਖ, ਸੁੱਖ, ਭੁੱਖ, ਵੈਰ, ਪਿਆਰ ਆਦਿ ਤੱਕ ਹੀ ਸੀਮਿਤ ਹੁੰਦਾ ਹੈਗਾ, ਅਤੇ ਉਹ ਵੀ ਵਿਸ਼ੇਸ਼ ਪਰਿਸਥਿਤੀ ਵਿੱਚ ਹੀ ਹੁੰਦਾ ਹੈ। ਠੀਕ ਹੈ, ਪਸ਼ੂ ਪੰਛੀਆਂ ਨੂੰ ਭਾਸ਼ਾ ਦੀ ਪ੍ਰਾਪਤੀ ਕੁਦਰਤ ਵੱਲੋਂ ਹੀ ਹੁੰਦੀ ਹੈਗੀ ਹੈ। ਜਿਹੜੀ ਉਹ ਪਸ਼ੂ ਪੰਛੀ ਆਪਣੀ ਜਿਹੜੀਆਂ ਭਾਸ਼ਾ ਬੋਲਦੇ ਨੇ, ਉਹ ਉਹਨਾਂ ਨੂੰ ਕੁਦਰਤ ਦੇ ਵੱਲੋਂ ਮਿਲੀ ਹੋਈ ਹੁੰਦੀ ਹੈ। ਇਹੀ ਕਾਰਨ ਹੈ ਕਿ ਹਰ ਥਾਂ 'ਤੇ ਕੁੱਤੇ ਇੱਕੋ ਤਰ੍ਹਾਂ ਦੇ ਭੌਂਕਦੇ ਹਨ। ਠੀਕ ਹੈ, ਕੁੱਤਿਆਂ ਦੀ ਜਿਹੜੀ ਆਵਾਜ਼ ਹੁੰਦੀ ਹੈ ਉਹ ਤੁਹਾਨੂੰ ਪਤਾ ਹੀ ਹੈ ਇੱਕੋ ਤਰ੍ਹਾਂ ਦੀ ਹੁੰਦੀ ਹੈ, ਅਤੇ ਹਰ ਥਾਂ 'ਤੇ ਕਾਵਾਂ ਦੀ ਕਾਂ ਇੱਕੋ ਜਿਹੀ ਹੁੰਦੀ ਹੈ। ਇਸ ਤੋਂ ਉਲਟ ਮਨੁੱਖ ਦੀ ਜਿਹੜੀ ਭਾਸ਼ਾ ਹੈਗੀ ਹੈ, ਇਹ ਮਨੁੱਖ ਨੇ ਖੁਦ ਸਿਰਜੀ ਹੈਗੀ ਹੈ। ਮਨੁੱਖ ਨੇ ਖੁਦ ਆਪਣੀ ਭਾਸ਼ਾ ਜਿਹੜੀ ਹੈਗੀ ਤਿਆਰ ਕੀਤੀ ਹੈਗੀ ਹੈ। ਹਰ ਇਲਾਕੇ ਦੇ ਲੋਕ ਵੱਖਰੀ ਵੱਖਰੀ ਭਾਸ਼ਾ ਬੋਲਦੇ ਹਨ, ਕਿਉਂਕਿ ਇਹ ਮਨੁੱਖ ਨੇ ਆਪ ਸਿਰਜੀ ਹੈਗੀ ਆ। ਆਪਣੀ ਸੁਵਿਧਾ ਦੇ ਅਨੁਸਾਰ ਕਿਸ ਤਰੀਕੇ ਦੇ ਨਾਲ ਆਪਣੇ ਵਿਚਾਰ ਜਿਹੜੇ ਆ ਪ੍ਰਗਟ ਕਰਨੇ ਆ, ਉਸ ਸੁਵਿਧਾ ਦੇ ਅਨੁਸਾਰ ਇਹਨਾਂ ਨੇ ਆਪ ਸਿਰਜੀ ਹੈਗੀ ਹੈ ਮਨੁੱਖ ਨੇ। ਇਸ ਲਈ ਜਿਹੜਾ ਹੈ ਸਭ ਤੋਂ ਵੱਡੀ ਪ੍ਰਾਪਤੀ ਜਿਹੜੀ ਹੈ ਭਾਸ਼ਾ ਮੰਨੀ ਗਈ ਹੈ। ਮਨੁੱਖੀ ਸਮਾਜਿਕ ਜੀਵਨ ਦੀ ਜਿਹੜੀ ਸਭ ਤੋਂ ਵੱਡੀ ਪ੍ਰਾਪਤੀ ਜਿਹੜੀ ਮੰਨੀ ਜਾਂਦੀ ਹੈਗੀ ਹੈ, ਉਹ ਭਾਸ਼ਾ ਨੂੰ ਮੰਨਿਆ ਜਾਂਦਾ ਹੈਗਾ। ਨੈਕਸਟ ਪੜ੍ਹਦੇ ਹਾਂ ਆਪਾਂ। ਭਾਸ਼ਾ ਨੂੰ ਪਰਿਭਾਸ਼ਿਤ ਕਰਨ ਵਜੋਂ ਕਿਹਾ ਜਾ ਸਕਦਾ ਹੈ ਕਿ ਮਨੁੱਖ ਦੁਆਰਾ ਉਚਾਰੀਆਂ ਜਾਣ ਵਾਲੀਆਂ ਵਿਸ਼ੇਸ਼ ਧੁਨੀਆਂ
ਦੇ ਉਸ ਪ੍ਰਬੰਧ ਨੂੰ ਭਾਸ਼ਾ ਕਿਹਾ ਜਾਂਦਾ ਹੈ ਜਿਸ ਨੂੰ ਕਿਸੇ ਭਾਈਚਾਰੇ ਦੇ ਲੋਕ ਆਪਸ ਵਿੱਚ ਵਿਚਾਰ ਸੰਚਾਰ ਲਈ ਅਪਣਾਉਂਦੇ ਹਨ। ਜਿਹੜੇ ਵਿਸ਼ੇਸ਼ ਭਾਈਚਾਰੇ ਦੇ ਜਿਹੜੇ ਲੋਕ ਹੈਗੇ ਆ ਉਹ ਆਪਣੇ ਵਿਚਾਰ ਸੰਚਾਰ ਦੇ ਲਈ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਦੇ ਲਈ ਜਦੋਂ ਕੋਈ ਧੁਨੀ ਨੂੰ ਅਪਣਾਉਂਦੇ ਆ ਤਾਂ ਉਸ ਨੂੰ ਆਪਾਂ ਭਾਸ਼ਾ ਕਿਹਾ ਜਾਂਦਾ ਹੈ। ਠੀਕ ਹੈ। ਉਪਰੋਕਤ ਪਰਿਭਾਸ਼ਾ ਦੇ ਆਧਾਰ 'ਤੇ ਭਾਸ਼ਾ ਦੇ ਕੁਝ ਵਿਸ਼ੇਸ਼ ਲੱਛਣ ਧਿਆਨ ਗੋਚਰੇ ਹੁੰਦੇ ਹਨ ਕਿ ਭਾਵ ਧਿਆਨ ਦੇਣ ਯੋਗ ਹੈਗੇ ਹਨ, ਜੋ ਕਿ ਇਸ ਪ੍ਰਕਾਰ ਨੇ। ਭਾਸ਼ਾ ਦਾ ਸੰਬੰਧ ਮਨੁੱਖ ਦਾ ਦੁਆਰਾ ਉਚਾਰੀਆਂ ਜਾਂਦੀਆਂ ਅਰਥਾਤ ਮਨੁੱਖ ਦੇ ਸੰਗ ਵਿੱਚੋਂ ਨਿਕਲਣ ਵਾਲੀਆਂ ਧੁਨੀਆਂ ਨਾਲ ਹੁੰਦਾ ਹੈਗਾ। ਭਾਸ਼ਾ ਦਾ ਸੰਬੰਧ ਕਿਸ ਦੇ ਨਾਲ ਹੁੰਦਾ ਹੈ? ਮਨੁੱਖ ਦੁਆਰਾ ਉਚਾਰੀਆਂ ਜਾਣ ਵਾਲੀਆਂ ਭਾਵ ਮਨੁੱਖ ਦੇ ਸੰਗ ਵਿੱਚੋਂ ਮਨੁੱਖ ਦੇ ਗਲੇ ਦੇ ਵਿੱਚੋਂ ਨਿਕਲਣ ਵਾਲੀਆਂ ਧੁਨੀਆਂ ਨਾਲ ਹੁੰਦਾ ਹੈਗਾ ਭਾਸ਼ਾ ਦਾ ਸੰਬੰਧ। ਜੋ ਧੁਨੀਆਂ ਮਨੁੱਖ ਉਚਾਰਦਾ ਹੈਗਾ ਇਸ ਨੂੰ ਆਪਾਂ ਭਾਸ਼ਾ ਕਹਿੰਦੇ ਹਾਂ। ਇਸ ਦ੍ਰਿਸ਼ਟੀ ਤੋਂ ਹੋਰ ਜੀਵਾਂ ਦੀਆਂ ਆਵਾਜ਼ਾਂ ਨੂੰ ਭਾਸ਼ਾ ਨਹੀਂ ਕਿਹਾ ਜਾਂਦਾ, ਕਿਉਂਕਿ ਉਹ ਵੀ ਧੁਨੀਆਂ ਤਾਂ ਜ਼ਰੂਰ ਕੱਢਦੇ ਨੇ ਪਰ ਉਹ ਕੋਈ ਭਾਸ਼ਾ ਨਹੀਂ ਹੁੰਦੀ। ਦੂਜੀ ਜਿਹੜੀ ਹੈ ਆਪਣੀ ਪਰਿਭਾਸ਼ਾ ਦਿੱਤੀ ਹੋਈ ਹੈ ਇੱਥੇ, ਮਨੁੱਖ ਅਨੇਕਾਂ ਪ੍ਰਕਾਰ ਦੀਆਂ ਧੁਨੀਆਂ ਉਚਾਰਨ ਕਰਦਾ ਹੈਗਾ। ਮਨੁੱਖ ਜਿਹੜਾ ਹੈ ਅਨੇਕਾਂ ਪ੍ਰਕਾਰ ਦੀਆਂ ਧੁਨੀਆਂ ਜਿਹੜਾ ਹੈ ਉਚਾਰ ਸਕਦਾ ਹੈ, ਪਰ ਕਿਸੇ ਭਾਸ਼ਾ ਦਾ ਸੰਬੰਧ ਕੁਝ ਕੁ ਗਿਣਤੀ ਦੀਆਂ ਵਿਸ਼ੇਸ਼ ਧੁਨੀਆਂ ਦੇ ਨਾਲ ਹੀ ਹੁੰਦਾ ਹੈ। ਭਾਸ਼ਾ ਦਾ ਸੰਬੰਧ ਜਿਹੜਾ ਹੈ ਕੁਝ ਕੁ ਗਿਣਤੀ ਦੀਆਂ ਧੁਨੀਆਂ ਹੁੰਦੀਆਂ ਨੇ ਉਹਨਾਂ ਦੇ ਨਾਲ ਹੁੰਦਾ। ਜਿਵੇਂ ਆਪਣੇ ਪੰਜਾਬੀ ਭਾਸ਼ਾ ਦੇ 35 ਅੱਖਰ ਸੀਗੇ। ਠੀਕ ਹੈ। 35 ਅੱਖਰੀ ਇਸ ਨੂੰ ਕਿਹਾ ਗਿਆ। ਠੀਕ ਹੈ। ਉਸ ਤੋਂ ਬਾਅਦ ਜਿਹੜਾ ਅਰਬੀ ਫਾਰਸੀ ਦੇ ਸ਼ਬਦ ਜਿਹੜੇ ਬਿੰਦੀਆਂ ਵਾਲੇ ਨੇ ਉਹ ਜੁੜੇ ਗਏ ਸੀਗੇ ਅੱਖਰ। ਤਾਂ ਉਸ ਤੋਂ ਬਾਅਦ ਜਿਹੜਾ ਹੈ ਇਹ ਜਿਹੜੇ ਕੁਝ ਕੁ ਸ਼ਬਦ ਜਿਹੜੇ ਨੇ ਪੰਜਾਬੀ ਦੀ ਭਾਸ਼ਾ ਦੇ ਵਿੱਚ ਇਹ ਜਿਹੜਾ ਹੈ ਪੰਜਾਬੀ ਨੂੰ ਭਾਸ਼ਾ ਦਾ ਰੂਪ ਪ੍ਰਦਾਨ ਕਰਦੇ ਨੇ। ਇਹਨਾਂ ਧੁਨੀਆਂ ਤੋਂ ਹੀ ਇੱਕ ਭਾਸ਼ਾ ਬਣਦੀ ਹੈ। ਭਾਸ਼ਾ ਧੁਨੀਆਂ ਦਾ ਇੱਕ ਪ੍ਰਬੰਧ ਹੈ, ਅਰਥਾਤ ਹਰ ਭਾਸ਼ਾ ਵਿੱਚ ਧੁਨੀਆਂ ਦੀ ਵਰਤੋਂ ਕਰਨ ਦੇ ਵਿਸ਼ੇਸ਼ ਨਿਯਮ ਹੁੰਦੇ ਹਨ। ਇਹ ਨਿਯਮ ਸੰਬੰਧਿਤ ਭਾਸ਼ਾ ਦੇ ਵਿਆਕਰਣ ਦੇ ਅੰਗ ਹੁੰਦੇ ਹਨ। ਜੋ ਵੀ ਭਾਸ਼ਾ ਦਾ ਵਿਆਕਰਣ ਹੁੰਦਾ ਹੈ, ਜਿਹੜੀ ਵੀ ਭਾਸ਼ਾ ਹੈਗੀ ਹੈ ਉਸ ਦਾ ਆਪਣਾ ਇੱਕ ਵਿਆਕਰਣ ਹੁੰਦਾ ਹੈ ਅਤੇ ਵਿਆਕਰਣ ਦੇ ਨਿਯਮਾਂ ਦੇ ਅਨੁਸਾਰ ਹੀ ਆਪਾਂ ਭਾਸ਼ਾ ਦੀ ਸਿਰਜਣਾ ਕਰਦੇ ਹੈਗੇ ਹਾਂ। ਭਾਸ਼ਾ ਨੂੰ ਉਚਾਰਦੇ ਹਾਂ, ਭਾਸ਼ਾ ਨੂੰ ਬੋਲਦੇ ਹਾਂ, ਉਹਨੂੰ ਲਿਖਣਾ ਅਤੇ ਪੜ੍ਹਨਾ ਸਿੱਖਦੇ ਹਾਂ। ਭਾਸ਼ਾ ਵਿਚਾਰ ਸੰਚਾਰ ਦਾ ਇੱਕ ਉੱਤਮ ਸਾਧਨ ਹੈ। ਵਿਚਾਰ ਸੰਚਾਰ ਲਈ ਕਈ ਹੋਰ ਵਿਧੀਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ, ਜਿਵੇਂ ਹੱਥਾਂ ਦੇ ਇਸ਼ਾਰੇ ਨਾਲ ਵੀ ਆਪਾਂ ਜਿਹੜਾ ਹੈ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹਾਂ। ਟ੍ਰੈਫਿਕ ਦੀਆਂ ਬੱਤੀਆਂ ਦੇ ਨਾਲ ਵੀ ਜਿਹੜਾ ਹੈ ਆਪਾਂ ਇਸ਼ਾਰੇ ਕਰਦੇ ਹਾਂ, ਕਿੱਧਰ ਜਾਣਾ ਹੈ, ਕਿੱਧਰ ਨਹੀਂ ਰੁਕਣਾ ਹੈ, ਜਾਂ ਇੰਤਜ਼ਾਰ ਕਰਨਾ ਹੈ, ਜਾਂ ਖੜਾਉਣਾ ਹੈ, ਜਾਂ ਚੱਲਣਾ ਹੈ। ਠੀਕ ਹੈ। ਗੱਡੀ ਦੇ ਗਾਰਡ ਦੀ ਜਿਹੜੀ ਝੰਡੀ ਹੁੰਦੀ ਹੈ, ਰੇਲ ਗੱਡੀ ਦਾ ਜਿਹੜਾ ਗਾਰਡ ਜਿਹੜਾ ਹੈ ਵੱਖ-ਵੱਖ ਤਰ੍ਹਾਂ ਦੀਆਂ ਵੱਖ-ਵੱਖ ਰੰਗਾਂ ਦੀਆਂ ਝੰਡੀਆਂ ਰੱਖਦਾ ਹੈਗਾ। ਲਾਲ, ਹਰੇ ਅਤੇ ਪੀਲੇ ਰੰਗ ਦੀਆਂ ਜਿਹੜੀਆਂ ਝੰਡੀਆਂ ਉਹ ਲੈ ਕੇ ਫਿਰਦੇ ਨੇ। ਉਹ ਵੀ ਜਿਹੜਾ ਹੈ ਇੱਕ ਤਰ੍ਹਾਂ ਦਾ ਸੰਚਾਰ ਦਾ ਸਾਧਨ ਹੈਗਾ, ਇਸ਼ਾਰੇ ਦੇ ਨਾਲ ਦੱਸਣ ਦਾ। ਪਰ ਇਹ ਭਾਸ਼ਾ ਦੇ ਸੰਕਲਪ ਤੋਂ ਬਾਹਰਲੇ ਵਰਤਾਰੇ ਨੇ। ਭਾਸ਼ਾ ਦੇ ਸੰਕਲਪ ਤੋਂ ਬਾਹਰਲੇ ਵਰਤਾਰੇ ਨੇ। ਠੀਕ ਹੈ। ਭਾਸ਼ਾ ਦੇ ਲਈ ਆਪਾਂ ਨੂੰ ਧੁਨੀਆਂ ਦੀ ਜ਼ਰੂਰਤ ਹੁੰਦੀ ਆ। ਅੱਗੇ ਪੜ੍ਹਦੇ ਹਾਂ ਆਪਾਂ ਭਾਸ਼ਾ ਦੇ ਰੂਪਾਂ ਬਾਰੇ। ਭਾਸ਼ਾ ਦੇ ਰੂਪ ਕਿਹੜੇ ਕਿਹੜੇ ਹੋ ਸਕਦੇ ਨੇ ਉਹ ਪੜ੍ਹਦੇ ਹੈਗੇ ਆ। ਭਾਸ਼ਾ ਦੇ ਰੂਪ। ਪਰਿਵਰਤਨਸ਼ੀਲਤਾ ਭਾਸ਼ਾ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ। ਭਾਸ਼ਾ ਦੀ ਪ੍ਰਮੁੱਖ ਵਿਸ਼ੇਸ਼ਤਾ ਕੀ ਹੈਗੀ ਆ? ਨੋਟ ਕਰ ਲੈਣਾ, ਪਰਿਵਰਤਨਸ਼ੀਲਤਾ। ਇਹ ਤੁਹਾਡਾ ETT ਕੈਡਰ ਦੇ ਜਿਹੜੇ ਸਟੂਡੈਂਟ ਸੀਗੇ ਉਹਨਾਂ ਦੇ ਵਿੱਚ ਜਿਹੜਾ ਹੈ ਮਿਲਿਆ ਸੀਗਾ। ਇਹ ਸ਼ਾਇਦ ਸੱਭਿਆਚਾਰ ਦੇ ਨਾਲ ਵੀ ਰਿਲੇਟਡ ਇੱਕ ਕੁਐਸਚਨ ਮਿਲਿਆ ਸੀਗਾ ਕਿ ਸੱਭਿਆਚਾਰ ਇੱਕ ਹੈ ਅਤੇ ਪਰਿਵਰਤਨਸ਼ੀਲ ਹੁੰਦਾ ਹੈ। ਠੀਕ ਹੈ। ਅਤੇ ਇੱਥੇ ਭਾਸ਼ਾ ਬਾਰੇ ਵੀ ਪੁੱਛਿਆ ਜਾ ਸਕਦਾ ਕਿ ਭਾਸ਼ਾ ਦੀ ਪ੍ਰਮੁੱਖ ਵਿਸ਼ੇਸ਼ਤਾ ਕੀ ਹੈ, ਤਾਂ ਇਹ ਹੈਗੀ ਆ ਤੁਹਾਡੀ ਪਰਿਵਰਤਨਸ਼ੀਲਤਾ। ਭਾਸ਼ਾ ਦਾ ਪਰਿਵਰਤਨ ਹੀ ਉਸ ਦਾ ਵਿਕਾਸ ਅਖਵਾਉਂਦਾ ਹੈ। ਭਾਸ਼ਾ ਦਾ ਜਿਵੇਂ ਜਿਵੇਂ ਪਰਿਵਰਤਨ ਆਏਗਾ ਭਾਸ਼ਾ ਦੇ ਵਿੱਚ, ਉਸ ਤਰ੍ਹਾਂ ਹੀ ਭਾਸ਼ਾ ਜਿਹੜੀ ਹੈ ਬਹੁਤ ਜ਼ਿਆਦਾ ਵਿਕਸਿਤ ਹੋਏਗੀ। ਸਮੇਂ ਅਨੁਸਾਰ ਵੀ ਭਾਸ਼ਾ ਬਦਲਦੀ ਰਹਿੰਦੀ ਹੈ ਅਤੇ ਸਥਾਨ ਬਦਲੀ ਅਨੁਸਾਰ ਵੀ ਇਹ ਆਪਣੀ ਜਿਹੜੀ ਹੈ ਭਾਸ਼ਾ ਬਦਲਦੀ ਰਹਿੰਦੀ ਹੈ। ਪੰਜਾਬੀ, ਹਿੰਦੀ, ਬੰਗਲਾ, ਗੁਜਰਾਤੀ, ਮਰਾਠੀ ਆਦਿ ਸਾਰੀਆਂ ਹੀ ਆਧੁਨਿਕ ਭਾਰਤੀ ਆਰੀਆ ਭਾਸ਼ਾਵਾਂ ਵੈਦਿਕ ਸੰਸਕ੍ਰਿਤ ਦੇ ਹੀ ਬਦਲੇ ਹੋਏ ਰੂਪ ਨੇ। ਇਹ ਜਿਹੜੀਆਂ ਸਾਰੀਆਂ ਭਾਸ਼ਾਵਾਂ ਦਾ ਨਾਂ ਆਇਆ ਇੱਥੇ, ਇਹ ਕਿਹੜਾ ਬਦਲਿਆ ਹੋਇਆ ਰੂਪ ਹੈ? ਇਹ ਵੈਦਿਕ ਸੰਸਕ੍ਰਿਤ ਦੇ ਬਦਲੇ ਹੋਏ ਰੂਪ ਨੇ। ਇਹ ਨੋਟ ਕਰ ਲੈਣਾ ਤੁਸੀਂ ਕਿ ਪੰਜਾਬੀ ਜਿਹੜਾ ਕਿਹਦਾ ਬਦਲਿਆ ਹੋਇਆ ਰੂਪ ਹੈ? ਇਹ ਵੈਦਿਕ ਸੰਸਕ੍ਰਿਤ ਦਾ ਜਿਹੜਾ ਹੈ ਬਦਲਿਆ ਹੋਇਆ ਰੂਪ ਹੈ। ਹਿੰਦੀ ਵੀ ਵੈਦਿਕ ਸੰਸਕ੍ਰਿਤ ਦਾ ਬਦਲਿਆ ਹੋਇਆ ਰੂਪ ਹੈ। ਬੰਗਲਾ, ਗੁਜਰਾਤੀ, ਮਰਾਠੀ ਇਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਵੈਦਿਕ ਸੰਸਕ੍ਰਿਤ ਦਾ ਬਦਲਿਆ ਹੋਇਆ ਰੂਪ ਹੈ। ਭਾਸ਼ਾ ਦੀ ਵਰਤੋਂ ਕਈ ਰੂਪਾਂ ਵਿੱਚ ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚੋਂ ਪ੍ਰਮੁੱਖ ਰੂਪ ਵਿੱਚ ਇਹ ਹਨ। ਭਾਸ਼ਾ ਦੇ ਜਿਹੜੇ ਨੇ ਅਲੱਗ-ਅਲੱਗ ਰੂਪ ਨੇ, ਉਹਨਾਂ ਰੂਪਾਂ ਬਾਰੇ ਆਪਾਂ ਗੱਲ ਕਰਾਂਗੇ ਹੁਣ ਕਿ ਕਿਹੜੇ-ਕਿਹੜੇ ਰੂਪ ਨੇ। ਪਹਿਲਾਂ ਤਾਂ ਭਾਸ਼ਾ ਆਉਂਦੀ ਹੈ ਆਪਣੀ ਉਪ ਭਾਸ਼ਾ ਦੇ ਰੂਪ ਵਿੱਚ, ਫਿਰ ਆਉਂਦੀ ਹੈ ਟਕਸਾਲੀ ਭਾਸ਼ਾ ਹੁੰਦੀ ਹੈ, ਗੁਪਤ ਭਾਸ਼ਾ, ਅਪਭਾਸ਼ਾ ਅਤੇ ਜਾਗਰਣ ਦੀ ਭਾਸ਼ਾ। ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਆਪਾਂ ਅਤੇ ਡਿਸਕਸ ਕਰਦੇ ਹਾਂ ਉਪ ਭਾਸ਼ਾ ਬਾਰੇ
ਕਿ ਉਪਭਾਸ਼ਾ ਕੀ ਹੁੰਦੀ ਹੈ ਆਪਣੀ। ਉਪਭਾਸ਼ਾ ਕਿਸੇ ਭਾਸ਼ਾ ਦੇ ਭੂਗੋਲਿਕ ਅਰਥਾਤ ਖੇਤਰੀ ਵਖਰੇਵੇਂ ਉੱਤੇ ਆਧਾਰਿਤ ਰੂਪ ਨੂੰ ਉਪਭਾਸ਼ਾ ਕਹਿੰਦੇ ਹਾਂ। ਆਪਾਂ ਕਿਸੇ ਇੱਕ ਪਾਰਟੀਕੂਲਰ ਏਰੀਆ ਦੇ ਵਿੱਚ ਰਹਿਣ ਵਾਲੇ, ਜਿਵੇਂ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਹਾਂ, ਠੀਕ ਹੈ। ਪੰਜਾਬ ਦੇ ਜਿਹੜੇ ਆਪਾਂ 3 ਹਿੱਸੇ ਵੰਡੇ ਹੋਏ ਆ, ਮਾਝਾ, ਦੁਆਬਾ ਅਤੇ ਮਾਲਵਾ, ਠੀਕ ਹੈ। ਮਾਲਵਾ ਏਰੀਆ ਦੇ ਵਿੱਚ ਬੋਲਣ ਵਾਲੇ ਜਿਵੇਂ ਮਲਵਈ ਹੋਣਗੇ, ਦੁਆਬੇ ਦੇ ਵਿੱਚ ਬੋਲਣ ਵਾਲੇ ਜਿਹੜੀ ਭਾਸ਼ਾ ਫਿਰ ਆਪਣੀ ਮਾਝੀ ਭਾਸ਼ਾ ਹੈਗੀ ਆ, ਮਾਝੇ ਦੇ ਵਿੱਚ ਬੋਲਣ ਵਾਲੀ, ਠੀਕ ਹੈ। ਇਸ ਤਰੀਕੇ ਦੇ ਨਾਲ ਜਿਹੜਾ ਆਪਾਂ ਵੰਡਿਆ ਹੋਇਆ ਉਪਭਾਸ਼ਾ ਨੂੰ, ਇਹ ਖੇਤਰ ਦੇ ਆਧਾਰ 'ਤੇ ਜਿਹੜਾ ਹੈ, ਸਥਾਨਕ ਖੇਤਰ ਦੇ ਆਧਾਰ 'ਤੇ ਇਸ ਨੂੰ ਵੰਡਿਆ ਜਾ ਸਕਦਾ ਹੈਗਾ। ਪੜ੍ਹਦੇ ਹਾਂ ਆਪਾਂ ਉਪਭਾਸ਼ਾ ਕੀ ਹੁੰਦੀ ਹੈਗੀ ਆ। ਸਭ ਤੋਂ ਪਹਿਲਾਂ ਤਾਂ ਤੁਸੀਂ ਵੇਖੋ, ਕਿਸੇ ਭਾਸ਼ਾ ਦੇ ਭੂਗੋਲਿਕ ਅਰਥਾਤ ਖੇਤਰੀ ਵਖਰੇਵੇਂ ਉੱਤੇ ਆਧਾਰਿਤ ਰੂਪ ਨੂੰ ਉਪਭਾਸ਼ਾ ਕਹਿੰਦੇ ਹਾਂ। ਅਸੀਂ ਵੇਖਦੇ ਹਾਂ ਕਿ ਪੰਜਾਬੀ ਬੋਲਦੇ ਇਲਾਕਿਆਂ ਵਿੱਚ ਪੰਜਾਬੀ ਦਾ ਸਰੂਪ ਇੱਕੋ ਜਿਹਾ ਨਹੀਂ। ਜਿਵੇਂ ਕਿ ਕਥਨ ਹੈ ਕਿ ਹਰ 12 ਕੋਹ 'ਤੇ ਬੋਲੀ ਬਦਲ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਹਰ 12 ਕੋਹ ਦੇ ਉੱਤੇ ਜਿਹੜੀ ਬੋਲੀ ਹੈ ਉਹ ਬਦਲ ਜਾਂਦੀ ਹੈ। ਇਸ ਦਾ ਭਾਵ ਇਹ ਹੈ ਕਿ ਪੰਜਾਬ ਦੇ ਇਲਾਕਾਈ ਪ੍ਰਭਾਵਾਂ ਕਾਰਨ ਪੰਜਾਬੀ ਭਾਸ਼ਾ ਜਿਹੜੀ ਹੈ ਇਹ ਥੋੜ੍ਹੇ ਵਖਰੇਵੇਂ ਵਾਲੇ ਸਰੂਪ ਸਾਨੂੰ ਮਿਲਦੇ ਹਨ। ਤਾਂ ਆਪਣੇ ਪੰਜਾਬ ਦੇ ਜਿਹੜੇ ਇਲਾਕਾਈ ਪ੍ਰਭਾਵਾਂ ਕਾਰਨ ਜਿਹੜਾ ਹੈ ਪੰਜਾਬੀ ਭਾਸ਼ਾ ਦੇ ਥੋੜ੍ਹੇ ਵਖਰੇਵੇਂ ਵਾਲੇ ਰੂਪ ਵੀ ਆਪਾਂ ਨੂੰ ਮਿਲਦੇ ਹੈਗੇ ਆ, ਇਲਾਕੇ ਦੇ ਅਨੁਸਾਰ, ਖੇਤਰ ਦੇ ਅਨੁਸਾਰ। ਇੱਕ ਇਲਾਕੇ ਵਿੱਚ ਕੁਝ ਖਾਸ ਸ਼ਬਦ ਪ੍ਰਚਲਿਤ ਹੋ ਜਾਂਦੇ ਹਨ ਅਤੇ ਦੂਜੇ ਵਿੱਚ ਕੁਝ ਖਾਸ ਇਹੋ ਹੀ ਉਪਬੋਲੀ ਜਾਂ ਉਪਭਾਸ਼ਾ ਹੁੰਦੀ ਹੈ। ਇਹਨਾਂ ਉਪਭਾਸ਼ਾਵਾਂ ਦਾ ਆਪੋ ਆਪਣੀਆਂ ਥਾਵਾਂ 'ਤੇ ਮਹੱਤਵ ਹੁੰਦਾ ਹੈ। ਪੰਜਾਬੀ ਦਾ ਲੋਕ ਸਾਹਿਤ, ਵਿਸ਼ੇਸ਼ ਕਰਕੇ ਲੋਕ ਗੀਤ, ਇਹਨਾਂ ਉਪਭਾਸ਼ਾਵਾਂ ਵਿੱਚ ਹਨ। ਪੰਜਾਬੀ ਦੇ ਜਿਹੜੇ ਆਪਣੇ ਲੋਕ ਗੀਤ ਨੇ ਪੰਜਾਬ ਦੇ, ਉਹ ਇਹਨਾਂ ਉਪਭਾਸ਼ਾਵਾਂ ਦੇ ਵਿੱਚ ਹੀ ਹਨ। ਉਹ ਮਾਝੀ ਦੇ ਵਿੱਚ ਕੁਝ ਹੋਰ ਸ਼ਬਦ ਯੂਜ਼ ਹੁੰਦੇ ਨੇ, ਮਾਲਵੇ ਦੇ ਵਿੱਚ ਕੁਝ ਹੋਰ ਸ਼ਬਦ ਯੂਜ਼ ਹੁੰਦੇ ਨੇ। ਇਸ ਤਰੀਕੇ ਦੇ ਨਾਲ ਜਿਹੜਾ ਇਹ ਭਾਸ਼ਾਈ ਵਖਰੇਵਾਂ ਮਿਲਦਾ ਹੈਗਾ ਖੇਤਰ ਦੇ ਆਧਾਰ 'ਤੇ, ਭੂਗੋਲਿਕ ਸਥਿਤੀ ਦੇ ਆਧਾਰ 'ਤੇ। ਆਮ ਲੋਕ ਆਪਣੀ ਉਪਭਾਸ਼ਾ ਹੀ ਬੋਲਦੇ ਹਨ। ਆਮ ਲੋਕ ਜਿਹੜੇ ਹੈਗੇ ਆ, ਜਿਹੜੇ ਇੱਕ ਖੇਤਰ ਦੇ ਵਿੱਚ ਰਹਿ ਰਹੇ ਆ, ਉਹ ਆਪਸੀ ਵਿਚਾਰ ਵਟਾਂਦਰੇ ਦੇ ਲਈ ਇੱਕ ਆਪਣੀ ਉਪਭਾਸ਼ਾ ਹੀ ਬੋਲਦੇ ਆ, ਆਪੋ ਆਪਣੀ ਉਪਭਾਸ਼ਾ ਬੋਲਦੇ ਆ। ਪੰਜਾਬੀ ਦੀਆਂ ਉਪਬੋਲੀਆਂ ਅਣਵੰਡੇ ਪੰਜਾਬ ਵਿੱਚ 6 ਹਨ। ਅਣਵੰਡੇ ਪੰਜਾਬ ਭਾਵ 1947 ਤੋਂ ਪਹਿਲਾਂ ਜਿਹੜਾ ਆਪਣਾ ਪੰਜਾਬ ਸੀਗਾ ਉਹਦੇ ਵਿੱਚ ਇਹ ਪੰਜਾਬੀ ਦੀਆਂ ਉਪਬੋਲੀਆਂ 6 ਸੀਗੀਆਂ, ਜੋ ਇਸ ਪ੍ਰਕਾਰ ਹਨ। ਮਾਝੀ, ਮਲਵਈ, ਦੁਆਬੀ, ਪੁਆਧੀ। ਆਪਣੇ ਬੋਲੀ ਜਾਂਦੀ ਹੈ ਮਾਝੀ, ਮਲਵਈ ਅਤੇ ਦੁਆਬੀ। ਪੁਆਧੀ ਜਿਹੜੀ ਆ ਆਪਣਾ ਉੱਪਰ ਜਦੋਂ ਪਠਾਨਕੋਟ ਦਾ ਏਰੀਆ ਨਿਕਲ ਜਾਂਦੇ ਆ ਉਦੋਂ ਬੋਲੀ ਜਾਂਦੀ ਹੈ। ਪੋਠੋਹਾਰੀ ਅਤੇ ਮੁਲਤਾਨੀ, ਠੀਕ ਹੈ। ਇਹ ਜਿਹੜੇ ਰੂਪ ਨੇ ਪੰਜਾਬੀ ਦੇ ਉਪਭਾਸ਼ਾਵਾਂ ਨੇ ਪੰਜਾਬੀ ਦੇ, ਇਹ ਆਜ਼ਾਦੀ ਤੋਂ ਪਹਿਲਾਂ ਦੇ। ਉਸ ਤੋਂ ਬਾਅਦ ਹੈ ਪਰ ਪੋਠੋਹਾਰੀ ਅਤੇ ਮੁਲਤਾਨੀ ਦਾ ਇਲਾਕਾ ਪਾਕਿਸਤਾਨ ਵਿੱਚ ਆ ਜਾਣ ਕਰਕੇ ਅਸੀਂ ਅਜੋਕੇ ਪੰਜਾਬ ਦੀਆਂ ਮੁੱਖ 4 ਉਪਬੋਲੀਆਂ ਮੰਨਦੇ ਹਾਂ ਅਤੇ ਉਹਨਾਂ ਦੇ ਇਲਾਕੇ ਇਸ ਪ੍ਰਕਾਰ ਨੇ। ਅਤੇ ਆਪਾਂ ਕਿੰਨਾ ਬਾਰੇ ਪੜ੍ਹਾਂਗੇ ਇੱਥੇ। ਆਪਾਂ ਪੜ੍ਹਾਂਗੇ ਆਪਣੀਆਂ ਅਜੋਕੇ ਪੰਜਾਬ ਦੀਆਂ ਜਿਹੜੀਆਂ ਉਪਭਾਸ਼ਾਵਾਂ ਨੇ ਪੰਜਾਬੀ ਦੀਆਂ, ਉਹਨਾਂ ਬਾਰੇ ਪੜ੍ਹਾਂਗੇ, ਜਿਹੜੀਆਂ ਕਿ ਨੇ ਆਪਣੀ ਮਾਝੀ, ਮਲਵਈ, ਦੁਆਬੀ ਅਤੇ ਪੁਆਧੀ, ਠੀਕ ਹੈ। ਚਲੋ ਇਹਨਾਂ ਬਾਰੇ ਪੜ੍ਹਦੇ ਹਾਂ ਹੁਣ ਆਪਾਂ। ਸਭ ਤੋਂ ਪਹਿਲਾਂ ਹੈਗੀ ਆ ਆਪਣੀ ਮਾਝੀ ਉਪਭਾਸ਼ਾ। ਮਾਝੀ ਉਪਭਾਸ਼ਾ ਕਿਹੜੇ ਏਰੀਆ ਦੇ ਵਿੱਚ ਬੋਲੀ ਜਾਂਦੀ ਹੈਗੀ ਆ, ਕੀ ਇਸ ਦੀ ਪਛਾਣ ਹੈਗੀ ਆ, ਉਹ ਆਪਾਂ ਪੜ੍ਹਦੇ ਹਾਂ। ਮਾਝੀ ਪੰਜਾਬ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਬਟਾਲਾ, ਤਰਨਤਾਰਨ, ਪੱਟੀ ਆਦਿ ਦਾ ਇਲਾਕਾ ਮਾਝਾ ਕਹਾਉਂਦਾ ਹੈਗਾ, ਠੀਕ ਹੈ। ਇਹ ਆਪਣਾ ਅੰਮ੍ਰਿਤਸਰ, ਗੁਰਦਾਸਪੁਰ, ਬਟਾਲਾ, ਤਰਨਤਾਰਨ, ਪੱਟੀ ਆਦਿ ਦਾ ਜਿਹੜਾ ਇਲਾਕਾ ਹੈਗਾ ਇਹ ਮਾਝਾ ਕਹਾਉਂਦਾ ਹੈ। ਇੱਥੋਂ ਦੇ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਬੋਲੀ ਨੂੰ ਮਾਝੀ ਕਿਹਾ ਜਾਂਦਾ ਹੈਗਾ। ਜਿਹੜੇ ਲੋਕ ਇੱਥੋਂ ਦੇ ਨੇ ਉਹ ਜਿਹੜੀ ਭਾਸ਼ਾ ਬੋਲਦੇ ਨੇ ਉਸ ਨੂੰ ਆਪਾਂ ਮਾਝੀ ਕਹਿੰਦੇ ਹਾਂ। ਇਸ ਬੋਲੀ ਦੇ ਕੁਝ ਖਾਸ ਸ਼ਬਦਾਂ ਵਿੱਚ ਰਾੜਾ ਵਰਤਿਆ ਜਾਂਦਾ ਹੈ। ਰਾੜਾ ਜਿਹੜਾ ਆਪਣਾ ਇਹ ਸ਼ਬਦ ਤੁਸੀਂ ਵੇਖ ਸਕਦੇ ਹੋ, ਇਹ ਰਾੜਾ ਵਰਤਿਆ ਜਾਂਦਾ ਹੈ। ਜਿਵੇਂ ਆਪਾਂ ਗੱਡੀ ਨੂੰ ਆਪਾਂ ਗਾੜੀ ਕਹਿੰਦੇ ਨੇ, ਅਤੇ ਅਗਾੜੀ, ਮਾੜੀ, ਇਹ ਸ਼ਬਦ ਜਿਹੜਾ ਹੈ ਵਰਤਿਆ ਜਾਂਦਾ ਇੱਥੇ। ਹੋਰ ਸ਼ਬਦ ਜਿਵੇਂ ਡਿੱਠਾ, ਆਪੂ, ਕੂਣਾ, ਆਂਦਾ, ਆਖਦਾ ਨੂੰ ਆਪਾਂ ਆਂਦਾ ਵਰਤਦੇ ਹਾਂ ਸ਼ਬਦ ਉੱਥੇ ਮਾਝੀ ਦੇ ਵਿੱਚ। ਮਾਝੀ ਉਪਭਾਸ਼ਾ ਵਿੱਚ ਸੱਸਾ ਧੁਨੀ ਦੀ ਥਾਂ 'ਤੇ ਹਾਹਾ ਧੁਨੀ ਆਮ ਬੋਲੀ ਜਾਂਦੀ ਹੈ। ਜਿਵੇਂ ਪੈਸਾ ਨੂੰ ਆਪਾਂ ਬੋਲਦੇ ਹਾਂ ਪਿਹਾ, ਦੋਸਤ ਨੂੰ ਆਪਾਂ ਬੋਲਦੇ ਹਾਂ ਦੋਤ, ਠੀਕ ਹੈ। ਤਾਂ ਇਹ ਜਿਹੜੀ ਹੈ ਮਾਝੀ ਭਾਸ਼ਾ ਦੀ ਪਛਾਣ ਹੈਗੀ ਹੈ ਅਤੇ ਕਿਹੜੇ ਏਰੀਆ ਦੇ ਵਿੱਚ ਬੋਲੀ ਜਾਂਦੀ ਹੈ ਇਹ ਤੁਹਾਨੂੰ ਦੱਸਤਾ। ਦੁਬਾਰਾ ਰਿਪੀਟ ਕਰ ਦਿੰਦੇ ਹਾਂ ਕਿ ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ, ਪੱਟੀ, ਇਹ ਜਿਹੜਾ ਏਰੀਆ ਹੈਗਾ ਇਹਦੇ ਵਿੱਚ ਤਾਂ ਇਹ ਬੋਲੀ ਜਾਂਦੀ ਹੈ ਅਤੇ ਇਸ ਏਰੀਏ ਨੂੰ ਜਿਹੜਾ ਆਪਾਂ ਮਾਝਾ ਕਹਿੰਦੇ ਹਾਂ। ਅਤੇ ਇਸ ਮਾਝੇ ਏਰੀਆ ਦੇ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਆਪਾਂ ਮਾਝੀ ਕਹਿੰਦੇ ਹਾਂ। ਪਛਾਣ ਚਿੰਨ੍ਹ ਕਿਹੜੇ ਹੈਗੇ ਆ ਕਿ ਇੱਥੇ ਮਾਝੀ ਭਾਸ਼ਾ ਦੇ ਵਿੱਚ ਸੱਸਾ ਧੁਨੀ ਨੂੰ ਹਾਹਾ ਉਚਾਰਿਆ ਜਾਂਦਾ ਹੈ ਅਤੇ ਰਾੜਾ ਧੁਨੀ ਜਿਹੜੀ ਹੈ ਵਾਹਵਾ ਇਹਦੇ ਵਿੱਚ ਉਚਾਰੀ ਜਾਂਦੀ ਹੈਗੀ ਹੈ, ਰਾੜਾ ਧੁਨੀ।
ਫਿਰ ਆਪਾਂ ਗੱਲ ਕਰਾਂਗੇ ਮਲਵਈ ਉਪਭਾਸ਼ਾ ਜਿਹੜੀ ਆਪਣੀ ਹੈਗੀ ਆ ਉਹਦੇ ਬਾਰੇ। ਮਲਵਈ ਸਤਲੁਜ ਤੋਂ ਪਾਰ ਦਾ ਇਲਾਕਾ। ਸਤਲੁਜ ਤੋਂ ਪਾਰ ਦਾ ਇਲਾਕਾ ਭਾਵ ਆਪਣਾ ਜਿਹੜਾ ਇੱਥੇ ਬਠਿੰਡਾ, ਫਿਰੋਜ਼ਪੁਰ, ਫਾਜ਼ਿਲਕਾ, ਮੋਗਾ, ਮਾਨਸਾ, ਇਹ ਜਿਹੜਾ ਏਰੀਆ ਜਿਹੜਾ ਆ ਜਾਂਦਾ ਇਹ ਜਿਹੜਾ ਆਪਣਾ ਸਤਲੁਜ ਤੋਂ ਹੇਠਲਾ ਇਲਾਕਾ ਹੈਗਾ। ਸਤਲੁਜ ਤੋਂ ਪਾਰ ਦਾ ਇਲਾਕਾ ਮਾਲਵਾ ਅਖਵਾਉਂਦਾ ਹੈਗਾ। ਲੁਧਿਆਣਾ, ਫਿਰੋਜ਼ਪੁਰ, ਬਠਿੰਡਾ, ਫਰੀਦਕੋਟ, ਮਲੇਰਕੋਟਲਾ, ਮਾਨਸਾ, ਮੋਗਾ, ਫਤਿਹਗੜ੍ਹ ਸਾਹਿਬ, ਮੁਕਤਸਰ ਜ਼ਿਲ੍ਹਾ, ਪਟਿਆਲਾ, ਸੰਗਰੂਰ ਦੇ ਕੁਝ ਹਿੱਸੇ ਮਾਲਵੇ ਵਿੱਚ ਆਉਂਦੇ ਹਨ। ਮਲਵਈ ਲੋਕ ਵਾਹ ਦੀ ਥਾਂ 'ਤੇ ਮੰਮਾ ਅੱਖਰ ਦੀ ਵਰਤੋਂ ਕਰਦੇ ਹਨ। ਜਿਵੇਂ ਤੀਵੀਂ ਸ਼ਬਦ ਦੀ ਥਾਂ 'ਤੇ ਤੀਮੀ ਵਰਤਦੇ ਨੇ, ਆਵਾਂ ਸ਼ਬਦ ਦੀ ਥਾਂ 'ਤੇ ਆਮਾ ਵਰਤਦੇ ਨੇ। ਠੀਕ ਹੈ, ਇਸ ਤਰੀਕੇ ਦੇ ਨਾਲ ਵਾਹ ਦੀ ਥਾਂ 'ਤੇ ਇਹ ਮੰਮਾ ਸ਼ਬਦ ਯੂਜ਼ ਕਰਦੇ ਨੇ, ਮੰਮਾ ਅੱਖਰ ਯੂਜ਼ ਕਰਦੇ ਨੇ। ਇਹ ਮਲਵਈ ਆਪਣਾ ਜਿਹੜਾ ਹੈ ਏਰੀਆ ਹੈਗਾ, ਮਲਵਈ ਉਪਭਾਸ਼ਾ ਹੈਗੀ ਆ ਆਪਣੀ। ਮਾਲਵਾ ਏਰੀਆ ਦੇ ਵਿੱਚ ਬੋਲੀ ਜਾਂਦੀ ਹੈ, ਪੰਜਾਬ ਦੇ ਮਾਲਵਾ ਇਲਾਕੇ ਦੇ ਵਿੱਚ। ਅੱਗੇ ਆਪਾਂ ਪੜ੍ਹਾਂਗੇ ਦੁਆਬੀ ਭਾਸ਼ਾ ਦੇ ਬਾਰੇ। ਦੁਆਬੀ ਕਿਹੜੇ ਏਰੀਆ ਦੇ ਵਿੱਚ ਬੋਲੀ ਜਾਂਦੀ ਹੈ ਅਤੇ ਇਹਦੇ ਪਛਾਣ ਚਿੰਨ੍ਹ ਕਿਹੜੇ ਨੇ। ਸਤਲੁਜ ਅਤੇ ਬਿਆਸ ਦੇ ਵਿਚਕਾਰ, ਸਤਲੁਜ ਅਤੇ ਬਿਆਸ ਦੋ ਦਰਿਆ ਜਿਹੜੇ ਹੈਗੇ ਆਪਣੇ ਪੰਜਾਬ ਦੇ, ਉਹਨਾਂ ਦੇ ਵਿਚਕਾਰਲਾ ਜਿਹੜਾ ਇਲਾਕਾ ਹੈਗਾ ਉਹ ਦੁਆਬਾ ਅਖਵਾਉਂਦਾ ਹੈਗਾ। ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਬੰਗਾ, ਨਕੋਦਰ, ਨਵਾਂਸ਼ਹਿਰ ਆਦਿ ਇੱਥੋਂ ਦੇ ਪ੍ਰਸਿੱਧ ਸ਼ਹਿਰ ਹਨ। ਇੱਥੋਂ ਦੇ ਲੋਕਾਂ ਦੀ ਬੋਲੀ ਜਿਹੜੀ ਹੈ ਦੁਆਬੀ ਹੈਗੀ ਹੈ। ਇਸ ਵਿੱਚ ਵਾਵਾ ਦੀ ਥਾਂ 'ਤੇ ਬੱਬਾ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਮਲਵਈ ਦੇ ਵਿੱਚ ਆਪਾਂ ਵਾਵਾ ਦੀ ਥਾਂ 'ਤੇ ਮੰਮਾ ਦੀ ਵਰਤੋਂ ਕਰਦੇ ਹੈਗੇ ਆ, ਉਸੇ ਤਰ੍ਹਾਂ ਦੁਆਬੀ ਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਵਾਵਾ ਅੱਖਰ ਦੀ ਥਾਂ 'ਤੇ ਬੱਬਾ ਅੱਖਰ ਦੀ ਵਰਤੋਂ ਕੀਤੀ ਜਾਂਦੀ ਹੈਗੀ ਹੈ। ਜਿਵੇਂ ਵੱਛੀ ਨੂੰ ਬੱਛੀ ਕਿਹਾ ਜਾਂਦਾ ਹੈਗਾ, ਵੱਟਾਂ ਨੂੰ ਵੱਟਾ ਕਿਹਾ ਜਾਂਦਾ ਹੈਗਾ। ਤਾਂ ਇਹ ਹੈਗੀ ਹੈ ਇਹਦੇ ਪਛਾਣ ਚਿੰਨ੍ਹ। ਅਤੇ ਬੋਲੀ ਕਿੱਥੇ ਜਾਂਦੀ ਹੈ ਦੁਆਬੀ? ਇਹ ਬੋਲੀ ਜਾਂਦੀ ਹੈ ਆਪਣੀ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਬੰਗਾ, ਨਕੋਦਰ, ਨਵਾਂਸ਼ਹਿਰ, ਇਸ ਏਰੀਆ ਦੇ ਵਿੱਚ। ਪਛਾਣ ਚਿੰਨ੍ਹ ਹੈਗਾ ਕਿ ਵਾਵਾ ਨੂੰ ਇੱਥੇ ਬੱਬਾ ਬੋਲਿਆ ਜਾਂਦਾ ਹੈਗਾ, ਜਿਵੇਂ ਵੱਛੀ ਨੂੰ ਬੱਛੀ ਅਤੇ ਵੱਟਾਂ ਨੂੰ ਵੱਟਾ। ਇਸ ਤਰੀਕੇ ਦੇ ਨਾਲ ਜਿਹੜਾ ਹੈ ਇਹ ਭਾਸ਼ਾ ਦੀ ਜਿਹੜੀ ਉਪਭਾਸ਼ਾ ਹੈਗੀ ਹੈ ਇਸਦੇ ਪਛਾਣ ਚਿੰਨ੍ਹ ਨੇ। ਅਤੇ ਅੱਗੇ ਚੱਲਦੇ ਹਾਂ ਆਪਾਂ ਪੁਆਧੀ ਭਾਸ਼ਾ ਜਿਹੜੀ ਆਪਣੀ ਹੈਗੀ ਆ ਉਪਭਾਸ਼ਾ, ਉਪਬੋਲੀ, ਉਹਦੇ ਵੱਲ। ਅਤੇ ਪੁਆਧੀ ਕਿਹੜੇ ਏਰੀਆ ਦੇ ਵਿੱਚ ਬੋਲੀ ਜਾਂਦੀ ਹੈ ਇਹ ਪੜ੍ਹਾਂਗੇ। ਅਤੇ ਪੁਆਧੀ ਦੇ ਪਛਾਣ ਚਿੰਨ੍ਹ ਕੀ ਹੈ ਇਹ ਪੜ੍ਹਾਂਗੇ ਆਪਾਂ। ਜ਼ਿਲ੍ਹਾ ਰੋਪੜ, ਪਟਿਆਲਾ, ਅੰਬਾਲਾ, ਸੰਗਰੂਰ ਦੇ ਕੁਝ ਹਿੱਸੇ ਪੁਆਧ ਵਿੱਚ ਆਉਂਦੇ ਹਨ। ਇੱਥੋਂ ਦੇ ਲੋਕਾਂ ਦੀ ਉਪਬੋਲੀ ਪੁਆਧੀ ਹੈ। ਇਸ ਬੋਲੀ ਵਿੱਚ ਕੁਝ ਹਿੰਦੀ ਦਾ ਅੰਸ਼ ਹੁੰਦਾ ਹੈ, ਕਿਉਂਕਿ ਇਹ ਹਿੰਦੀ ਬੋਲਦੇ ਇਲਾਕਿਆਂ ਨਾਲ ਲੱਗਦੀ ਪੰਜਾਬੀ ਬੋਲਦੇ ਇਲਾਕਿਆਂ ਦੀ ਪੱਟੀ ਹੈਗੀ ਹੈ। ਠੀਕ ਹੈ, ਇਹ ਹਿੰਦੀ ਭਾਸ਼ਾਈ ਜਿਹੜੇ ਆਪਣੇ ਇਲਾਕੇ ਆ ਜਾਂਦੇ ਆ, ਸ਼ਿਮਲਾ, ਹਰਿਆਣਾ ਦੇ ਜਿਹੜੇ ਏਰੀਆ ਆ ਜਾਂਦਾ ਹੈਗਾ ਇੱਥੇ। ਠੀਕ ਹੈ, ਅਤੇ ਹਰਿਆਣਾ ਦਾ ਜਿਹੜਾ ਇਲਾਕਾ ਆ ਜਾਂਦਾ ਅਤੇ ਕੁਝ ਉੱਪਰ ਵੱਲ ਨੂੰ ਚੱਲਦੇ ਆ ਤਾਂ ਆਪਣਾ ਹਿਮਾਚਲ ਦਾ ਏਰੀਆ ਆ ਜਾਂਦਾ ਹੈਗਾ। ਤਾਂ ਇਹ ਜਿਹੜੇ ਹਿੰਦੀ ਭਾਸ਼ਾਈ ਜਿਹੜੇ ਬੋਲਣ ਵਾਲੇ ਇਲਾਕੇ ਹੈਗੇ ਨੇ, ਇਹਨਾਂ ਦੇ ਨਾਲ ਜਿਹੜਾ ਪੰਜਾਬ ਦੀ ਇਹ ਪੱਟੀ ਲੱਗਦੀ ਹੈਗੀ ਆ, ਜਿਹਦੇ ਕਰਕੇ ਇਸ ਭਾਸ਼ਾ ਦੇ ਵਿੱਚ ਜਿਹੜਾ ਹੈ, ਇਸ ਉਪਭਾਸ਼ਾ ਦੇ ਵਿੱਚ ਹਿੰਦੀ ਦਾ ਸਮਾਵੇਸ਼ ਜਿਹੜਾ ਹਿੰਦੀ ਦੇ ਅੰਸ਼ ਇਹਦੇ ਵਿੱਚ ਮਿਲਦੇ ਨੇ। ਜਿਵੇਂ ਇਸ ਦੇ ਕੁਝ ਸ਼ਬਦ ਇਸ ਪ੍ਰਕਾਰ ਨੇ। ਮਾਨੂੰ ਨੂੰ ਇੱਥੇ ਸਾਨੂੰ, ਜਿਹੜਾ ਆਪਾਂ ਸਾਨੂੰ ਸ਼ਬਦ ਬੋਲਦੇ ਹੈਗੇ ਆ, ਇੱਥੇ ਮਾਨੂੰ। ਠੀਕ ਹੈ, ਅਤੇ ਤੇਰੇ ਦੀ ਥਾਂ 'ਤੇ ਥਾਰੇ ਸ਼ਬਦ ਬੋਲਿਆ ਜਾਂਦਾ ਹੈਗਾ। ਇਹ ਦੀ ਥਾਂ 'ਤੇ ਯੇ ਬੋਲਿਆ ਜਾਂਦਾ ਹੈ। ਹੁਣ ਦੀ ਥਾਂ 'ਤੇ ਇਬ ਬੋਲਿਆ ਜਾਂਦਾ ਹੈਗਾ। ਇਹ ਹਰਿਆਣਾ ਦੇ ਵਿੱਚ ਬੋਲਿਆ ਜਾਂਦਾ ਕਿ ਇਬ ਤੂੰ ਕੀ ਕਰੇਗਾ। ਠੀਕ ਹੈ, ਇੱਥੇ ਹੁਣ ਦੀ ਥਾਂ 'ਤੇ ਇਬ ਇਹ ਸ਼ਬਦ ਵਰਤਿਆ ਜਾਂਦਾ ਹੈਗਾ। ਜਾਂਦਾ ਦੀ ਥਾਂ 'ਤੇ ਜਹਾਂ ਵਰਤਿਆ ਜਾਂਦਾ ਹੈਗਾ, ਜਹਾਂ। ਗਾਂ ਦੀ ਥਾਂ 'ਤੇ ਗੈਂ ਵਰਤਿਆ ਜਾਂਦਾ ਅਤੇ ਪਸ਼ੂ ਦੀ ਥਾਂ 'ਤੇ ਗੌਰੂ ਸ਼ਬਦ ਵਰਤਿਆ ਜਾਂਦਾ ਹੈਗਾ। ਤਾਂ ਇਹ ਪੁਆਧੀ ਸ਼ਬਦ ਜਿਹੜਾ ਹੈਗਾ, ਇਹ ਗੌਰੂ ਸ਼ਬਦ ਜਿਹੜਾ ਹੈ ਨਾ, ਇਹਨੂੰ ਯਾਦ ਰੱਖਿਓ। ਇਹ ਪੇਪਰ ਦੇ ਵਿੱਚ ਬਹੁਤ ਵਾਰ ਪੁੱਛਿਆ ਗਿਆ ਕਿ ਗੌਰੂ ਸ਼ਬਦ ਜਿਹੜਾ ਹੈਗਾ ਇਹ ਕਿਸ ਦੇ ਲਈ ਵਰਤਿਆ ਜਾਂਦਾ ਹੈ? ਇਹ ਪਸ਼ੂ ਦੇ ਲਈ ਵਰਤਿਆ ਜਾਂਦਾ ਹੈ। ਕਿਹੜੀ ਭਾਸ਼ਾ ਦੇ ਵਿੱਚ ਵਰਤਿਆ ਜਾਂਦਾ? ਤਾਂ ਪੁਆਧੀ ਭਾਸ਼ਾ ਦੇ ਵਿੱਚ ਵਰਤਿਆ ਜਾਂਦਾ ਹੈ। ਇਸ ਤਰੀਕੇ ਦੇ ਨਾਲ ਇਹ ਸ਼ਬਦਾਂ ਨੂੰ ਵੀ ਤੁਸੀਂ ਧਿਆਨ ਰੱਖਿਓ ਕਿ ਗਾਂ ਨੂੰ ਕਿਹੜੀ ਭਾਸ਼ਾ ਦੇ ਵਿੱਚ ਗੈਂ ਕਿਹਾ ਜਾਂਦਾ ਹੈ, ਕਿ ਕਿਹੜੀ ਉਪਭਾਸ਼ਾ ਦੇ ਵਿੱਚ ਗੈਂ ਕਿਹਾ ਜਾਂਦਾ ਹੈ, ਤਾਂ ਪੁਆਧੀ ਉਪਭਾਸ਼ਾ ਦੇ ਵਿੱਚ ਗੈਂ ਕਿਹਾ ਜਾਂਦਾ ਹੈ। ਠੀਕ ਹੈ, ਇਸ ਤਰੀਕੇ ਦੇ ਨਾਲ ਵੀ ਇਹਨੂੰ ਯਾਦ ਰੱਖਣਾ ਹੈ। ਅੱਗੇ ਆਪਾਂ ਟਕਸਾਲੀ ਭਾਸ਼ਾ ਦੇ ਬਾਰੇ ਪੜ੍ਹਾਂਗੇ ਕਿ ਟਕਸਾਲੀ ਭਾਸ਼ਾ ਕਿਹੜੀ ਹੁੰਦੀ ਹੈਗੀ ਆ। ਟਕਸਾਲੀ ਭਾਸ਼ਾ ਵੱਖ-ਵੱਖ ਉਪਭਾਸ਼ਾਵਾਂ ਦੇ ਬੁਲਾਰੇ ਜਿਸ ਭਾਸ਼ਾ ਦੇ ਰੂਪ ਦੀ ਵਰਤੋਂ ਸਰਕਾਰੀ ਕੰਮਕਾਜ, ਸਾਹਿਤ ਰਚਨਾ ਆਦਿ ਕਾਰਜਾਂ ਦੇ ਲਈ ਕਰਦੇ ਹੈਗੇ ਆ। ਭਾਵ ਆਪਾਂ ਸਰਕਾਰੀ ਕੰਮਾਂ ਦੇ ਲਈ ਜਿਹੜੀ ਭਾਸ਼ਾ ਦਾ ਵਰਤੋਂ ਕਰਦੇ ਹਾਂ ਉਸ ਨੂੰ ਟਕਸਾਲੀ ਭਾਸ਼ਾ ਕਿਹਾ ਜਾਂਦਾ ਹੈ, ਜਾਂ ਕਾਗਜ਼ਾਂ ਦੇ ਵਿੱਚ ਕਾਰਜ ਵਿਹਾਰ ਦੇ ਲਈ ਕਰਦੇ ਹਾਂ ਉਹਨੂੰ ਆਪਾਂ ਟਕਸਾਲੀ ਭਾਸ਼ਾ ਕਹਿੰਦੇ ਹਾਂ। ਸਕੂਲਾਂ ਕਾਲਜਾਂ ਵਿੱਚ ਟਕਸਾਲੀ ਭਾਸ਼ਾ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਟਕਸਾਲੀ ਭਾਸ਼ਾ
ਉਹ ਨਵੀਂ ਬਣਾਈ ਗਈ ਭਾਸ਼ਾ ਨਹੀਂ ਹੁੰਦੀ। ਟਕਸਾਲੀ ਭਾਸ਼ਾ ਜਿਹੜੀ ਹੈਗੀ ਹੈ ਕੋਈ ਨਵੀਂ ਬਣਾਈ ਹੋਈ ਭਾਸ਼ਾ ਨਹੀਂ ਹੁੰਦੀ, ਸਗੋਂ ਇਹ ਕਿਸੇ ਉਪਭਾਸ਼ਾ ਨੂੰ ਟਕਸਾਲੀ ਭਾਸ਼ਾ ਦਾ ਆਧਾਰ ਮੰਨ ਕੇ ਹੀ ਵਰਤੋਂ ਵਿੱਚ ਲਿਆਈ ਜਾਂਦੀ ਹੈਗੀ ਹੈ। ਠੀਕ ਹੈ, ਕਿਸੇ ਉਪਭਾਸ਼ਾ ਨੂੰ ਹੀ ਟਕਸਾਲੀ ਭਾਸ਼ਾ ਦਾ ਆਧਾਰ ਮੰਨ ਲਿਆ ਜਾਂਦਾ ਅਤੇ ਉਸੇ ਨੂੰ ਹੀ ਟਕਸਾਲੀ ਭਾਸ਼ਾ ਦੇ ਤੌਰ 'ਤੇ ਵਰਤਿਆ ਜਾਂਦਾ। ਇਹ ਕੋਈ ਨਵੀਂ ਭਾਸ਼ਾ ਨਹੀਂ ਸਿਰਜੀ ਜਾਂਦੀ। ਪੰਜਾਬੀ ਭਾਸ਼ਾ ਦੇ ਟਕਸਾਲੀ ਰੂਪ ਦਾ ਆਧਾਰਿਤ ਮਾਝੀ ਉਪਭਾਸ਼ਾ ਨੂੰ ਮੰਨਿਆ ਜਾਂਦਾ ਹੈਗਾ। ਤਾਂ ਬਹੁਤ ਵਾਰ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾ ਸਕਦਾ ਜਾ ਸਕਦਾ ਨਹੀਂ ਬਲਕਿ ਪੁੱਛਿਆ ਵੀ ਗਿਆ ਹੈਗਾ, ਪੰਜਾਬੀ ਭਾਸ਼ਾ ਦੇ ਟਕਸਾਲੀ ਰੂਪ ਦਾ ਆਧਾਰ ਕਿਹੜੀ ਉਪਭਾਸ਼ਾ ਨੂੰ ਮੰਨਿਆ ਗਿਆ ਹੈਗਾ। ਕਿਹੜੀ ਉਪਭਾਸ਼ਾ ਨੂੰ ਮੰਨਿਆ ਗਿਆ? ਤਾਂ ਮਾਝੀ ਉਪਭਾਸ਼ਾ ਨੂੰ ਮੰਨਿਆ ਗਿਆ ਹੈਗਾ, ਪੰਜਾਬੀ ਦੀ ਟਕਸਾਲੀ ਉਪਭਾਸ਼ਾ ਦਾ। ਠੀਕ ਹੈ, ਟਕਸਾਲੀ ਭਾਸ਼ਾ ਜਿਹੜੀ ਹੈਗੀ ਹੈ ਪੰਜਾਬੀ ਭਾਸ਼ਾ ਦੀ, ਉਸ ਦਾ ਜਿਹੜਾ ਆਧਾਰ ਮੰਨਿਆ ਗਿਆ ਇਹ ਮਾਝੀ ਉਪਭਾਸ਼ਾ ਨੂੰ ਮੰਨਿਆ ਗਿਆ। ਇਸ ਦਾ ਆਧਾਰ ਮਾਝੀ ਉਪਭਾਸ਼ਾ ਨੂੰ ਮੰਨਿਆ ਗਿਆ ਹੈ। ਮਾਝੀ ਟਕਸਾਲੀ ਭਾਸ਼ਾ ਨਹੀਂ ਹੈ, ਸਗੋਂ ਟਕਸਾਲੀ ਭਾਸ਼ਾ ਦਾ ਆਧਾਰ ਹੈ। ਮਾਝੀ ਜਿਹੜੀ ਹੈਗੀ ਆ ਟਕਸਾਲੀ ਭਾਸ਼ਾ ਨਹੀਂ ਹੈ ਬਲਕਿ ਉਸ ਦਾ ਆਧਾਰ ਹੈਗਾ, ਇਹ ਵੀ ਤੁਸੀਂ ਧਿਆਨ ਰੱਖਣਾ। ਠੀਕ ਹੈ, ਟਕਸਾਲੀ ਭਾਸ਼ਾ ਅੱਡ ਹੈਗੀ ਹੈ ਅਤੇ ਮਾਝੀ ਅੱਡ ਹੈਗੀ ਹੈ, ਪਰ ਟਕਸਾਲੀ ਭਾਸ਼ਾ ਦਾ ਆਧਾਰ ਜਿਹੜਾ ਹੈਗਾ ਮਾਝੀ ਨੂੰ ਮੰਨਿਆ ਗਿਆ ਹੈ, ਮਾਝੀ ਉਪਭਾਸ਼ਾ ਨੂੰ ਮੰਨਿਆ ਗਿਆ ਹੈ। ਇਹ ਤੁਸੀਂ ਧਿਆਨ ਰੱਖਣਾ ਹੈ। ਚਲੋ ਨੈਕਸਟ ਚੱਲਦੇ ਹਾਂ ਆਪਾਂ। ਅਤੇ ਇਹ ਜਿਹੜਾ ਸਕਰੀਨਸ਼ੋਟ ਤੁਸੀਂ ਲੈਣਾ ਹੋਵੇ ਤਾਂ ਸਕਰੀਨਸ਼ੋਟ ਲੈ ਸਕਦੇ ਹੈਗੇ ਹੋ। ਇਹਦੇ ਵਿੱਚੋਂ ਡਾਇਰੈਕਟ ਕੁਐਸਚਨ ਜਿਹੜੇ ਆ ਪਟਵਾਰੀ ਦੇ ਵਿੱਚ ਪਿਛਲੇ ਐਗਜ਼ਾਮ ਦੇ ਵਿੱਚ ਬਣੇ ਸੀਗੇ 2021 ਦੇ ਵਾਲੇ ਵਿੱਚ, ਅਤੇ PTPSC ਦੇ ਵਿੱਚ ਜਿਹੜਾ ਜੇਲ੍ਹ ਵਾਰਡਨ ਦਾ ਪੇਪਰ ਹੋਇਆ ਸੀ ਉਹਦੇ ਵਿੱਚ 10 ਨੰਬਰ ਦੀ ਜਿਹੜੀ ਪੰਜਾਬੀ ਆਈ ਸੀ ਉਹਦੇ ਵਿੱਚ ਵੀ ਡਾਇਰੈਕਟ ਕੁਐਸਚਨ ਪਏ ਸੀਗੇ ਇਸੇ ਹੀ ਬੁੱਕ ਦੇ ਵਿੱਚੋਂ। ਇਹ ਤੁਸੀਂ ਜਿਹੜਾ ਨਾਲ ਦੀ ਨਾਲ ਸਕਰੀਨਸ਼ੋਟ ਲੈਣੇ ਆ, ਸਕਰੀਨਸ਼ੋਟ ਲਿਓ, ਚਾਹੇ ਸ਼ੋਰਟ ਦੇ ਵਿੱਚ ਲਿਖਣਾ ਤਾਂ ਸ਼ੋਰਟ ਦੇ ਵਿੱਚ ਲਿਖਦੇ ਵੀ ਜਾਇਓ ਇਹਦੇ 'ਚੋਂ। ਉਸ ਤੋਂ ਬਾਅਦ ਹੈ ਗੁਪਤ ਭਾਸ਼ਾ। ਗੁਪਤ ਭਾਸ਼ਾ ਕਿਹੜੀ ਹੁੰਦੀ ਹੈਗੀ ਹੈ? ਕੁਝ ਲੋਕ ਆਪਸੀ ਸਲਾਹ ਨਾਲ ਭਾਸ਼ਾ ਦਾ ਅਜਿਹਾ ਰੂਪ ਸਿਰਜ ਲੈਂਦੇ ਹਨ ਜਿਸ ਰਾਹੀਂ ਕੀਤੀ ਗਈ ਗੱਲਬਾਤ ਦੂਜੇ ਲੋਕਾਂ ਨੂੰ ਸਮਝ ਨਾ ਆਵੇ, ਜਿਹਨੂੰ ਆਪਾਂ ਕੋਡ ਵਰਡ ਦੇ ਵਿੱਚ ਭਾਸ਼ਾ ਨੂੰ ਆਪਾਂ ਜਿਵੇਂ ਕਹਿ ਦਿੰਦੇ ਹਾਂ ਕਿ ਕੋਡ ਦੇ ਵਿੱਚ ਕੋਈ ਗੱਲ ਕਹੀ ਗਈ ਹੈ। ਠੀਕ ਹੈ, ਅਜਿਹੇ ਰੂਪ ਨੂੰ ਗੁਪਤ ਭਾਸ਼ਾ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਨਿਹੰਗ ਸਿੰਘਾਂ ਦੇ ਗੜਗੜ ਬੋਲੇ ਇੱਕ ਗੁਪਤ ਭਾਸ਼ਾ ਹੀ ਹੈ। ਠੀਕ ਹੈ, ਗੜਗੜ ਬੋਲੇ ਜਿਹੜੇ ਹੈ ਇੱਕ ਗੁਪਤ ਭਾਸ਼ਾ ਹੈਗੀ ਹੈ। ਕਈ ਵਾਰ ਕੁਝ ਦੋਸਤ ਮਿਲ ਕੇ ਫਿਲਮ ਵੇਖਣ ਦੀ ਸਕੀਮ ਬਣਾਉਂਦੇ ਹਨ ਅਤੇ ਫੈਸਲਾ ਕਰ ਲੈਂਦੇ ਹਨ ਕਿ ਉਹਨਾਂ ਵਿੱਚੋਂ ਇੱਕ ਜਣਾ ਟਿਕਟ ਲੈਣ ਜਾਵੇਗਾ। ਜੇ ਟਿਕਟ ਮਿਲ ਜਾਣ ਤਾਂ ਦੂਜਿਆਂ ਦੇ ਘਰ ਜਾ ਕੇ ਕਹੇਗਾ ਮੇਰੀ ਕਿਤਾਬ ਲੱਭ ਗਈ ਹੈ। ਜੇ ਟਿਕਟ ਨਾ ਮਿਲੇ ਤਾਂ ਕਹੇਗਾ ਮੇਰੀ ਕਿਤਾਬ ਗੁਆਚ ਗਈ ਹੈ। ਇਹਨਾਂ ਬੋਲਦੇ ਹੀ ਸਮਝ ਜਾਓ ਕਿ ਕੇਵਲ ਦੋਸਤਾਂ ਨੂੰ ਹੀ ਆਵੇਗੀ। ਠੀਕ ਹੈ, ਇਹਨਾਂ ਬੋਲਾਂ ਦੀ ਜਿਹੜੀ ਸਮਝ ਜਿਹੜੀ ਹੈ ਉਹ ਦੋਸਤਾਂ ਨੂੰ ਹੀ ਆਏਗੀ, ਕਿਉਂਕਿ ਉਹਨਾਂ ਨੇ ਕੋਡ ਵਰਡ ਨਿਰਧਾਰਿਤ ਕਰ ਲਿਆ ਕਿ ਟਿਕਟ ਮਿਲੇ ਤਾਂ ਇਹ ਕਹਿਣਾ ਹੈ ਕਿ ਟਿਕਟ ਆਪਣਾ ਜਿਹੜੀ ਹੈ ਕਿਤਾਬ ਮਿਲ ਗਈ, ਅਤੇ ਜੇ ਨਾ ਮਿਲੇ ਤਾਂ ਕਹਿ ਦੇਣਾ ਕਿ ਕਿਤਾਬ ਜਿਹੜੀ ਹੈ ਗੁਆਚ ਗਈ ਹੈ। ਠੀਕ ਹੈ, ਇਹਦੀ ਸਮਝ ਜਿਹੜੀ ਹੈ ਦੋਸਤਾਂ ਨੂੰ ਹੀ ਆਏਗੀ, ਉਹਨਾਂ ਦੇ ਘਰ ਦੇ ਜਿਹੜੇ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਨੂੰ ਸਮਝ ਨਹੀਂ ਆਏਗੀ। ਤਾਂ ਇੱਕ ਗੁਪਤ ਭਾਸ਼ਾ ਹੋ ਜਾਂਦੀ ਹੈਗੀ ਹੈ ਕੋਡ ਵਰਡ ਦੇ ਵਿੱਚ। ਇੰਝ ਇਹ ਇੱਕ ਗੁਪਤ ਭਾਸ਼ਾ ਹੁੰਦੀ ਹੈ। ਇਸੇ ਤਰੀਕੇ ਦੇ ਨਾਲ ਇੱਕ ਐਗਜ਼ਾਮਪਲ ਦਿੱਤੀ ਹੋਈ ਹੈਗੀ ਹੈ। ਬਾਕੀ ਇਹ ਗੁਪਤ ਭਾਸ਼ਾ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ, ਕੋਈ ਵੀ ਇਹਦੇ ਵਿੱਚ ਸ਼ਬਦ ਵਰਤੇ ਜਾ ਸਕਦੇ ਹੈਗੇ ਆ। ਫਿਰ ਹੈ ਅਪਭਾਸ਼ਾ। ਅਪਭਾਸ਼ਾ ਉਹ ਰੂਪ ਹੈ ਜਿਹੜਾ ਵੱਖ-ਵੱਖ ਉਮਰਾਂ ਦੇ ਵਰਗਾਂ ਦੇ ਵਿੱਚ ਵਰਤਿਆ ਜਾਂਦਾ ਹੈਗਾ। ਭਾਸ਼ਾ ਦਾ ਇਹ ਰੂਪ ਅਜਿਹਾ ਹੁੰਦਾ ਹੈ ਜਿਸ ਦੀ ਵਰਤੋਂ ਉਸ ਉਮਰ ਵਰਗ ਦੇ ਬਾਹਰਲੇ ਲੋਕਾਂ ਨਾਲ ਨਹੀਂ ਕੀਤੀ ਜਾ ਸਕਦੀ। ਠੀਕ ਹੈ, ਇਹ ਭਾਸ਼ਾ ਦਾ ਉਹ ਰੂਪ ਹੁੰਦਾ ਹੈ, ਅਜਿਹਾ ਰੂਪ ਹੁੰਦਾ ਹੈ ਜੋ ਉਸ ਇੱਕ ਖਾਸ ਉਮਰ ਵਰਗ ਦੇ ਲੋਕਾਂ ਦੇ ਵਿੱਚ ਹੀ ਪ੍ਰਯੋਗ ਕੀਤੀ ਜਾਂਦੀ ਹੈ, ਜਿਹੜੀ ਕਿ ਉਸ ਉਮਰ ਵਰਗ ਦੇ ਬਾਹਰਲੇ ਲੋਕਾਂ ਦੇ ਨਾਲ ਵਰਤੋਂ ਨਹੀਂ ਕੀਤੀ ਜਾ ਸਕਦੀ। ਫਿਰ ਮੁਟਿਆਰਾਂ ਦੀ ਬੋਲੀ, ਗੱਭਰੂਆਂ ਦਾ ਇਕੱਠ, ਬਜ਼ੁਰਗਾਂ ਦੀ ਟੋਲੀ ਆਦਿ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਭਾਸ਼ਾ ਵਰਤੀ ਜਾਂਦੀ ਹੈਗੀ ਹੈ ਜੋ ਅਪਭਾਸ਼ਾ ਅਖਵਾਉਂਦੀ ਹੈ। ਠੀਕ ਹੈ, ਇਹਨਾਂ ਟੋਲੀਆਂ ਦੇ ਵਿੱਚ ਜਿਹੜਾ ਬਜ਼ੁਰਗ ਆਪਣੇ ਸ਼ਬਦ ਵਰਤਦੇ ਨੇ, ਗੱਭਰੂ ਜਿਹੜੇ ਆ ਉਹ ਆਪਣੇ ਸ਼ਬਦ ਵਰਤਦੇ ਨੇ, ਮੁਟਿਆਰਾਂ ਆਪਣੇ ਸ਼ਬਦ ਵਰਤਦੇ ਹੈਗੇ ਨੇ। ਇਹ ਜਿਹੜੇ ਆ ਅਪਭਾਸ਼ਾ ਅਖਵਾਉਂਦੀ ਹੈਗੀ ਹੈ। ਠੀਕ ਹੈ, ਇਹ ਵੈਸੇ ਕੋਈ ਭਾਸ਼ਾ ਨਹੀਂ ਹੁੰਦੀ, ਬਸ ਆਪਣੇ ਆਪ ਸਮਝ ਦੇ ਅਨੁਸਾਰ ਨਾਲ ਵਰਤ ਲਈ ਜਾਂਦੇ ਹੈਗੇ ਆ ਸ਼ਬਦ ਇਸ ਅਪਭਾਸ਼ਾ ਦੇ ਵਿੱਚ, ਇਸ ਲਈ ਇਸ ਨੂੰ ਅਪਭਾਸ਼ਾ ਕਿਹਾ ਜਾਂਦਾ ਹੈਗਾ। ਅਤੇ ਇੱਥੇ ਫਰੈਂਡਸ ਆਪਣੀ ਜਿਹੜੀ ਆ ਅੱਜ ਦਾ ਸੈਸ਼ਨ ਇੱਥੇ ਆਪਾਂ ਸਮਾਪਤ ਕਰਨ ਲੱਗੇ ਹੈਗੇ ਆ। ਇੱਥੇ ਇੱਕ ਟੋਪਿਕ ਰਹਿ ਗਿਆ ਆਪਣਾ ਜਾਗਰਣ ਦੀ ਜਿਹੜੀ ਭਾਸ਼ਾ ਹੈਗੀ ਆ, ਜਾਗਰਣ ਭਾਸ਼ਾ, ਇਹਨੂੰ ਪੜ੍ਹ ਲੈਂਦੇ ਹਾਂ। ਜਾਰਗਨ ਭਾਸ਼ਾ ਜਿਹੜੀ ਹੈਗੀ ਆ, ਜਾਰਗਨ ਭਾਸ਼ਾ ਅਜਿਹਾ ਭਾਸ਼ਾਈ ਰੂਪ ਹੈ ਜੋ ਵੱਖ-ਵੱਖ ਕਿੱਤਿਆਂ ਦੀਆਂ ਲੋੜਾਂ ਦੀ ਪੂਰਤੀ ਲਈ ਵਰਤਿਆ ਜਾਂਦਾ ਹੈਗਾ। ਕਾਨੂੰਨੀ ਕੰਮਕਾਜ ਦੇ ਲਈ, ਤਕਨੀਕੀ ਕੰਮਕਾਰ ਦੇ ਲਈ, ਵਪਾਰ ਆਦਿ ਲਈ ਵੱਖ-ਵੱਖ ਪ੍ਰਕਾਰ ਦੀਆਂ ਭਾਸ਼ਾਵਾਂ ਵਰਤੀਆਂ ਜਾਂਦੀਆਂ ਹਨ। ਇਹਨਾਂ ਭਾਸ਼ਾਵਾਂ ਦੇ ਰੂਪਾਂ ਨੂੰ ਅਸੀਂ ਖੇਤਰ ਦੇ ਜਾਰਗਨ ਦੀ ਭਾਸ਼ਾ ਕਹਿ ਦਿੰਦੇ ਹਾਂ। ਠੀਕ ਹੈ, ਇਹ ਫਰੈਂਡਸ ਅੱਜ ਦਾ ਆਪਣਾ ਟੌਪਿਕ ਸੀਗਾ ਭਾਸ਼ਾ ਅਤੇ ਉਪਭਾਸ਼ਾ ਵਾਲਾ।
ਕੱਲ੍ਹ ਨੂੰ ਆਪਾਂ ਜਿਹੜਾ ਆਪਣਾ ਨੈਕਸਟ ਵੀਡੀਓ ਦੇ ਵਿੱਚ ਟੌਪਿਕ ਕਰਾਂਗੇ ਵਿਆਕਰਣ ਬਾਰੇ ਪੜਾਂਗੇ। ਵਿਆਕਰਣ ਕੀ ਹੈਗੀ ਹੈ, ਇਸ ਦਾ ਵਿਆਕਰਣ ਦੇ ਵਿੱਚ ਆਪਾਂ ਲਿਪੀ ਬਾਰੇ ਪੜਾਂਗੇ। ਲਿਪੀ ਕੀ ਹੈਗੀ ਆ, ਪੰਜਾਬੀ ਭਾਸ਼ਾ ਦੀ ਲਿਪੀ ਕੀ ਹੈ। ਅਤੇ ਫਰੈਂਡਸ ਵੱਧ ਤੋਂ ਵੱਧ ਆਪਣੀ ਵੀਡੀਓ ਨੂੰ ਜਿਹੜਾ ਹੈ ਸ਼ੇਅਰ ਕਰੋ, ਜਿਹਦੇ ਨਾਲ ਕਿ ਸਾਨੂੰ ਮੋਟੀਵੇਸ਼ਨ ਮਿਲੇ ਅਤੇ ਅਸੀਂ ਤੁਹਾਡੇ ਲਈ ਜਿਹੜਾ ਹੈ ਪੂਰਾ ਸਿਲੇਬਸ ਤੁਹਾਨੂੰ ਇੱਥੇ ਹੀ ਕੰਪਲੀਟ ਕਰਵਾਈਏ। ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਸਪੋਰਟ ਕਰੋ ਚੈਨਲ ਨੂੰ, ਤਾਂ ਕਿ ਆਪਾਂ ਲਾਈਵ ਵੀ ਆ ਸਕੀਏ। 4000 ਸਬਸਕ੍ਰਾਈਬ ਦਾ ਟਾਰਗੇਟ ਹੈਗਾ, ਹਜੇ ਆਪਣੇ ਜਿਹੜੇ ਹੈ 1000 ਟਾਰਗੇਟ ਪੂਰਾ ਹੋਇਆ ਮਸਾਂ, ਠੀਕ ਹੈ। ਨਵਾਂ ਚੈਨਲ ਹੈਗਾ, ਪਲੀਜ਼ ਸਪੋਰਟ ਕਰੋ ਅਤੇ ਆਪਣੇ ਪੇਪਰ ਦੀ ਜਿਹੜੀ ਤਿਆਰੀ ਹੈਗੀ ਆ ਆਪਣੇ ਇਸੇ YouTube ਚੈਨਲ ਤੋਂ ਕਰੋ ਅਤੇ ਜ਼ਿਆਦਾ ਤੋਂ ਜ਼ਿਆਦਾ ਇਸ ਵੀਡੀਓ ਨੂੰ ਸ਼ੇਅਰ ਕਰੋ। ਫਿਰ ਮਿਲਦੇ ਹਾਂ ਨਵੇਂ ਟੌਪਿਕ ਦੇ ਨਾਲ, ਤਦ ਤੱਕ ਲਈ ਤੁਹਾਡਾ ਧੰਨਵਾਦ।